ਸਾਦਤ ਹਸਨ ਮੰਟੋ ਦਾ ਨਾਮ ਉਰਦੂ ਸਾਹਿਤ ਦੇ ਉਹਨਾਂ ਕਲਮਕਾਰਾਂ ਵਿੱਚ ਸਭ ਤੋਂ ਉੱਪਰ ਆਉਂਦਾ ਹੈ ਜਿਨ੍ਹਾਂ ਨੇ ਸਮਾਜ ਦੇ ਲੁਕਵੇਂ ਅਤੇ ਕੌੜੇ ਸੱਚ ਨੂੰ ਬੜੀ ਬੇਬਾਕੀ ਨਾਲ ਕਾਗਜ਼ ਤੇ ਉਤਾਰਿਆ। ਮੰਟੋ ਦੀਆਂ ਕਹਾਣੀਆਂ ਸਿਰਫ ਕਹਾਣੀਆਂ ਨਹੀਂ, ਸਗੋਂ ਮਨੁੱਖੀ ਮਾਨਸਿਕਤਾ ਅਤੇ ਸਮਾਜਿਕ ਪਾਖੰਡ ਦਾ ਇੱਕ ਡੂੰਘਾ ਐਕਸ-ਰੇ ਹਨ। ਅੱਜ ਦੀ ਵੀਡੀਓ ਵਿੱਚ ਅਸੀਂ ਉਹਨਾਂ ਦੀ ਇੱਕ ਅਜਿਹੀ ਹੀ ਪ੍ਰਭਾਵਸ਼ਾਲੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਦਾ ਸਿਰਲੇਖ ਹੈ ਪਰੀ। ਇਸ ਵੀਡੀਓ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਮੰਟੋ ਨੇ ਕਿਸ ਤਰ੍ਹਾਂ ਆਪਣੀ ਕਲਮ ਰਾਹੀਂ ਸਮਾਜਿਕ ਨਕਾਬ ਨੂੰ ਉਤਾਰਿਆ ਹੈ। ਅਸੀਂ ਕਹਾਣੀ ਦੇ ਪਾਤਰਾਂ, ਇਸ ਦੇ ਮਨੋਵਿਗਿਆਨਿਕ ਪਹਿਲੂਆਂ ਅਤੇ ਉਸ ਦੌਰ ਦੇ ਸਮਾਜ ਉੱਤੇ ਇਸ ਦੇ ਪ੍ਰਭਾਵ ਨੂੰ ਵਿਸਤਾਰ ਨਾਲ ਸਮਝਾਂਗੇ। ਮੰਟੋ ਦੀ ਹਰ ਕਹਾਣੀ ਇੱਕ ਸਵਾਲ ਛੱਡ ਜਾਂਦੀ ਹੈ। ਜੇ ਤੁਸੀਂ ਸਾਹਿਤ ਵਿੱਚ ਦਿਲਚਸਪੀ ਰੱਖਦੇ ਹੋ ਅਤੇ ਮਨੁੱਖੀ ਮਨ ਦੀਆਂ ਪਰਤਾਂ ਨੂੰ ਫਰੋਲਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ। ਚਲੋ ਮੰਟੋ ਦੇ ਸ਼ਬਦਾਂ ਰਾਹੀਂ ਸਮਝਦੇ ਹਾਂ ਪਰੀ ਦੀ ਅਸਲੀ ਕਹਾਣੀ। ਪਰੀ। ਕਸ਼ਮੀਰੀ ਗੇਟ ਦਿੱਲੀ ਦੇ ਇੱਕ ਫਲੈਟ ਵਿੱਚ ਅਨਵਰ ਦੀ ਮੁਲਾਕਾਤ ਪਰਵੇਜ਼ ਨਾਲ ਹੋਈ। ਉਹ ਉੱਕਾ ਪ੍ਰਭਾਵਿਤ ਨਹੀਂ ਹੋਇਆ। ਪਰਵੇਜ਼ ਨਿਹਾਇਤ ਹੀ ਬੇਜਾਨ ਚੀਜ਼ ਸੀ। ਅਨਵਰ ਨੇ ਜਦੋਂ ਉਸ ਵੱਲ ਵੇਖਿਆ ਅਤੇ ਉਹਨੂੰ ਆਦਾਬ ਅਰਜ਼ ਕੀਤਾ ਤਾਂ ਉਸਨੇ ਸੋਚਿਆ, ਇਹ ਕੀ ਹੈ, ਔਰਤ ਹੈ ਜਾਂ ਮੂਲੀ? ਪਰਵੇਜ਼ ਇੰਨੀ ਸਫੇਦ ਸੀ ਕਿ ਉਸਦੀ ਸਫੇਦੀ ਬੇਜਾਨ ਜਹੀ ਹੋ ਗਈ ਸੀ। ਜਿਸ ਤਰ੍ਹਾਂ ਮੂਲੀ ਠੰਡੀ ਹੁੰਦੀ ਹੈ ਉਸ ਤਰ੍ਹਾਂ ਉਸਦਾ ਸਫੇਦ ਰੰਗ ਵੀ ਠੰਡਾ ਸੀ। ਕਮਰ ਵਿੱਚ ਹਲਕਾ ਜਿਹਾ ਖਮ ਸੀ ਜਿਵੇਂ ਕਿ ਅਕਸਰ ਮੂਲੀਆਂ ਵਿੱਚ ਹੁੰਦਾ ਹੈ। ਅਨਵਰ ਨੇ ਜਦੋਂ ਉਹਨੂੰ ਵੇਖਿਆ ਤਾਂ ਉਸਨੇ ਹਰਾ ਦੁਪੱਟਾ ਲਿਆ ਹੋਇਆ ਸੀ। ਸ਼ਾਇਦ ਇਹੀ ਵਜ੍ਹਾ ਹੈ ਕਿ ਉਹਨੂੰ ਪਰਵੇਜ਼ ਹੂ-ਬਹੂ ਮੂਲੀ ਨਜ਼ਰ ਆਈ ਜਿਸ ਦੇ ਨਾਲ ਹਰੇ ਪੱਤੇ ਲੱਗੇ ਹੋਣ। ਅਨਵਰ ਨਾਲ ਹੱਥ ਮਿਲਾ ਕੇ ਪਰਵੇਜ਼ ਆਪਣੇ ਨਿੱਕੇ ਜਿਹੇ ਕੁੱਤੇ ਨੂੰ ਗੋਦ ਵਿੱਚ ਲੈ ਕੇ ਕੁਰਸੀ ਉੱਤੇ ਬੈਠ ਗਈ। ਉਸਦੇ ਸੁਰਖੀ ਲੱਗੇ ਹੋਠਾਂ ਉੱਤੇ ਜੋ ਉਸਦੇ ਸਫੇਦ ਠੰਡੇ ਚਿਹਰੇ ਉੱਤੇ ਇੱਕ ਦਹਿਕਦਾ ਹੋਇਆ ਅੰਗਾਰ ਜਿਹਾ ਲੱਗਦੇ ਸਨ, ਕਮਜ਼ੋਰ ਜਿਹੀ ਮੁਸਕਰਾਹਟ ਪੈਦਾ ਹੋਈ। ਕੁੱਤੇ ਦੇ ਵਾਲਾਂ ਵਿੱਚ ਆਪਣੀਆਂ ਲੰਮੀਆਂ ਉਂਗਲੀਆਂ ਨਾਲ ਕੰਘੀ ਕਰਦੇ ਹੋਏ ਉਸਨੇ ਦੀਵਾਰ ਦੇ ਨਾਲ ਲਮਕਦੀ ਹੋਈ ਅਨਵਾ ਦੇ ਦੋਸਤ ਜਮੀਲ ਦੀ ਤਸਵੀਰ ਵੱਲ ਵੇਖਦੇ ਹੋਏ ਕਿਹਾ, ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਅਨਵਰ ਨੂੰ ਉਸਨੂੰ ਮਿਲ ਕੇ ਉੱਕਾ ਖੁਸ਼ੀ ਨਹੀਂ ਹੋਈ ਸੀ, ਰੰਜ ਵੀ ਨਹੀਂ ਹੋਇਆ। ਜੇਕਰ ਉਹ ਸੋਚਦਾ ਤਾਂ ਯਕੀਨੀ ਤੌਰ ਤੇ ਆਪਣੇ ਸਹੀ ਪ੍ਰਭਾਵ ਨੂੰ ਬਿਆਨ ਨਾ ਕਰ ਸਕਦਾ। ਦਰਅਸਲ ਪਰਵੇਜ਼ ਨਾਲ ਮਿਲ ਕੇ ਉਹ ਫੈਸਲਾ ਨਾ ਕਰ ਸਕਿਆ ਸੀ ਕਿ ਉਹ ਇੱਕ ਕੁੜੀ ਨੂੰ ਮਿਲਿਆ ਹੈ ਜਾਂ ਉਸਦੀ ਮੁਲਾਕਾਤ ਕਿਸੇ ਮੁੰਡੇ ਨਾਲ ਹੋਈ ਹੈ ਜਾਂ ਸਰਦੀਆਂ ਵਿੱਚ ਕ੍ਰਿਕਟ ਦੇ ਮੈਚ ਵੇਖਦੇ ਹੋਏ ਉਸਨੇ ਇੱਕ ਮੂਲੀ ਖਰੀਦ ਲਈ ਹੈ। ਅਨਵਰ ਨੇ ਉਸ ਵੱਲ ਗੌਰ ਨਾਲ ਵੇਖਿਆ। ਉਸਦੀਆਂ ਅੱਖਾਂ ਖੂਬਸੂਰਤ ਸਨ। ਬਸ ਇੱਕ ਸਿਰਫ ਇਹੀ ਚੀਜ਼ ਸੀ ਜਿਸ ਦੇ ਬਾਰੇ ਤਾਰੀਫੀ ਸ਼ਬਦਾਂ ਵਿੱਚ ਕੁਝ ਕਿਹਾ ਜਾ ਸਕਦਾ ਸੀ। ਇਨ੍ਹਾਂ ਅੱਖਾਂ ਦੇ ਇਲਾਵਾ ਪਰਵੇਜ਼ ਦੇ ਜਿਸਮ ਦੇ ਹਰ ਹਿੱਸੇ ਬਾਰੇ ਨੁਕਤਾਚੀਨੀ ਹੋ ਸਕਦੀ ਸੀ। ਬਾਹਾਂ ਬਹੁਤ ਪਤਲੀਆਂ ਸਨ ਜੋ ਛੋਟੀ ਬਾਹਾਂ ਵਾਲੀ ਕਮੀਜ਼ ਵਿੱਚੋਂ ਬਹੁਤ ਹੀ ਠੰਡੇ ਅੰਦਾਜ਼ ਵਿੱਚ ਬਾਹਰ ਨੂੰ ਨਿਕਲੀਆਂ ਹੋਈਆਂ ਸਨ। ਜੇਕਰ ਉਸਦੇ ਸਿਰ ਉੱਤੇ ਹਰਾ ਦੁਪੱਟਾ ਨਾ ਹੁੰਦਾ ਤਾਂ ਅਨਵਰ ਨੇ ਯਕੀਨਨ ਉਹਨੂੰ ਫ੍ਰਿਜਰੇਟਰ ਸਮਝਿਆ ਹੁੰਦਾ, ਜਿਸ ਦਾ ਰੰਗ ਆਮ ਤੌਰ ਤੇ ਉਕਤਾ ਦੇਣ ਵਾਲਾ ਸਫੇਦ ਹੁੰਦਾ ਹੈ। ਉਸਦੇ ਹੋਠਾਂ ਉੱਤੇ ਸਜਰੇ ਲਹੂ ਵਰਗੀ ਸੁਰਖੀ ਬਹੁਤ ਖਿੜ ਰਹੀ ਸੀ। ਬਰਫ਼ ਨਾਲ ਅੱਗ ਦਾ ਕੀ ਜੋੜ? ਉਸਦੀਆਂ ਛੋਟੀ ਬਾਹਾਂ ਵਾਲੀ ਕਮੀਜ਼ ਸਫੇਦ ਕੰਬਰਕ ਦੀ ਸੀ, ਸਲਵਾਰ ਸਫੇਦ ਲੱਠੇ ਦੀ ਸੀ, ਸੈਂਡਲ ਵੀ ਸਫੇਦ ਸਨ। ਇਹ ਸਭ ਸੱਦੀ ਉੱਤੇ ਉਸਦਾ ਹਰਾ ਦੁਪੱਟਾ ਇੰਨਾ ਇਨਕਲਾਬੀ ਨਹੀਂ ਸੀ, ਪਰ ਉਸਦੇ ਸੁਰਖੀ ਲੱਗੇ ਹੋਠ ਇੱਕ ਅਜੀਬ ਜਿਹਾ ਹੰਗਾਮਾ ਖੇਜ਼ ਤਜ਼ਾਦ ਬਣ ਕੇ ਉਸਦੇ ਚਿਹਰੇ ਦੇ ਨਾਲ ਚਿਮਟੇ ਹੋਏ ਸਨ। ਵਿਹੜੇ ਵਿੱਚ ਜਦੋਂ ਉਹ ਕੁਝ ਕਦਮ ਚੱਲ ਕੇ ਜਮੀਲ ਵੱਲ ਆਪਣੇ ਨਿੱਕੇ ਜਿਹੇ ਕੁੱਤੇ ਨੂੰ ਵੇਖਦੀ ਹੋਈ ਵਧੀ ਸੀ ਤਾਂ ਅਨਵਰ ਨੇ ਮਹਿਸੂਸ ਕੀਤਾ ਸੀ ਕਿ ਇਹ ਔਰਤ ਜੋ ਆ ਰਹੀ ਹੈ ਔਰਤ ਨਹੀਂ, ਤਰਕਾਰੀ ਹੈ। ਉਸ ਨਾਲ ਹੱਥ ਮਿਲਾਉਂਦੇ ਵਕਤ ਉਸਨੂੰ ਅਜਿਹਾ ਲੱਗਾ ਸੀ ਜਿਵੇਂ ਉਸਦਾ ਹੱਥ ਕਿਸੇ ਲਾਸ਼ ਨੇ ਫੜ ਲਿਆ ਹੈ। ਪਰ ਜਦੋਂ ਉਸਨੇ ਗੱਲਾਂ ਸ਼ੁਰੂ ਕੀਤੀਆਂ ਤਾਂ ਉਹ ਠੰਡੀ ਪਕੜ ਜੋ ਉਸਦੇ ਹੱਥ ਨਾਲ ਚਿਪਕੀ ਹੋਈ ਸੀ ਕੁਝ ਗਰਮ ਹੋਣ ਲੱਗੀ। ਉਹ ਆਵਾਰਾ ਖਿਆਲ ਸੀ। ਉਸਦੀਆਂ ਗੱਲਾਂ ਸਭ ਦੀਆਂ ਸਭ ਬੇਜੋੜ ਸਨ। ਮੌਸਮ ਦਾ ਜ਼ਿਕਰ ਕਰਦੇ ਕਰਦੇ ਉਹ ਆਪਣੇ ਦਰਜ਼ੀ ਵੱਲ ਲੁੜਕ ਗਈ। ਦਰਜ਼ੀ ਦੀ ਗੱਲ ਅਜੇ ਅਧੂਰੀ ਹੀ ਸੀ ਕਿ ਉਹਨੂੰ ਆਪਣੇ ਕੁੱਤੇ ਦੀ ਛਿੱਕਾਂ ਦਾ ਖਿਆਲ ਆ ਗਿਆ। ਕੁੱਤੇ ਨੇ ਛਿੱਕਿਆ ਤਾਂ ਉਸਨੇ ਆਪਣੇ ਪਤੀ ਦੇ ਬਾਰੇ ਇਹ ਕਹਿਣਾ ਸ਼ੁਰੂ ਕਰ ਦਿੱਤਾ, ਉਹ ਬਿਲਕੁਲ ਮੇਰਾ ਖਿਆਲ ਨਹੀਂ ਰੱਖਦੇ, ਵੇਖੋ ਅਜੇ ਤੱਕ ਦਫ਼ਤਰ ਤੋਂ ਨਹੀਂ ਆਏ। ਅਨਵਰ ਲਈ ਪਰਵੇਜ਼ ਅਤੇ ਉਸਦਾ ਪਤੀ ਦੋਵੇਂ ਬਿਲਕੁਲ ਨਵੇਂ ਸਨ। ਉਹ ਨਾ ਪਰਵੇਜ਼ ਨੂੰ ਜਾਣਦਾ ਸੀ ਨਾ ਉਸਦੇ ਪਤੀ ਨੂੰ। ਗੱਲਬਾਤ ਦੇ ਦੌਰਾਨ ਸਿਰਫ ਉਹਨੂੰ ਇੰਨਾ ਪਤਾ ਲੱਗਿਆ ਕਿ ਪਰਵੇਜ਼ ਦਾ ਪਤੀ ਜਮੀਲ ਦਾ ਗੁਆਂਢੀ ਹੈ ਅਤੇ ਐਕਸਪੋਰਟ ਇੰਪੋਰਟ ਦਾ ਕੰਮ ਕਰਦਾ ਹੈ। ਹਾਲਾਂਕਿ ਉਸਨੇ ਇਹ ਜ਼ਰੂਰ ਮਹਿਸੂਸ ਕੀਤਾ ਕਿ ਪਰਵੇਜ਼ ਗੱਲਬਾਤ ਦੇ ਆਗਾਜ਼ ਤੋਂ ਗੱਲਬਾਤ ਦੇ ਖਾਤਮੇ ਤੱਕ ਉਹਨੂੰ ਅਜਿਹੀਆਂ ਨਜ਼ਰਾਂ ਨਾਲ ਵੇਖਦੀ ਸੀ ਜਿਨ੍ਹਾਂ ਵਿੱਚ ਜਿਨਸੀ ਬੁਲਾਵਾ ਸੀ। ਅਨਵਰ ਨੂੰ ਹੈਰਾਨੀ ਸੀ ਕਿ ਇੱਕ ਠੰਡੀ ਮੂਲੀ ਵਿੱਚ ਇਹ ਬੁਲਾਵਾ ਕਿਵੇਂ ਹੋ ਸਕਦਾ ਹੈ। ਉਹ ਉੱਠ ਕੇ ਜਾਣ ਲੱਗੀ ਤਾਂ ਉਸਨੇ ਗੋਦ ਵਿੱਚੋਂ ਆਪਣੇ ਨਿੱਕੇ ਕੁੱਤੇ ਨੂੰ ਲਾਹਿਆ ਅਤੇ ਉਸਨੂੰ ਕਿਹਾ, ਚਲੋ ਟੈਨੀ ਚੱਲੀਏ। ਫਿਰ ਮਿਸਿਸ ਜਮੀਲ ਤੋਂ ਜੇਗਰ ਵੂਲ ਦੇ ਬਾਰੇ ਕੁਝ ਪੁੱਛ ਕੇ ਆਪਣੇ ਸੁਰਖ ਹੋਠਾਂ ਉੱਤੇ ਛਿਦਰੀ ਜਿਹੀ ਮੁਸਕਰਾਹਟ ਪੈਦਾ ਕਰਕੇ ਅਨਵਰ ਵੱਲ ਹੱਥ ਵਧਾ ਕੇ ਉਸਨੇ ਕਿਹਾ, ਮੇਰੇ ਹਸਬੈਂਡ ਨੂੰ ਮਿਲ ਕੇ ਤੁਹਾਨੂੰ ਬਹੁਤ ਖੁਸ਼ੀ ਹੋਵੇਗੀ। ਇੱਕ ਵਾਰ ਫਿਰ ਅਨਵਰ ਨੇ ਫ੍ਰਿਜਰੇਟਰ ਵਿੱਚ ਆਪਣਾ ਹੱਥ ਧੋਇਆ ਅਤੇ ਸੋਚਿਆ, ਮੈਨੂੰ ਇਸ ਦੇ ਹਸਬੈਂਡ ਨਾਲ ਮਿਲ ਕੇ ਕੀ ਖੁਸ਼ੀ ਹੋਵੇਗੀ ਜਦਕਿ ਇਹ ਖੁਦ ਉਸ ਤੋਂ ਨਾਖੁਸ਼ ਹੈ।
ਉਸਨੇ ਕਿਹਾ ਸੀ ਕਿ ਉਹ ਮੇਰਾ ਬਿਲਕੁਲ ਖਿਆਲ ਨਹੀਂ ਰੱਖਦੇ। ਦੇਰ ਤੱਕ ਉਹ ਜਮੀਲ ਅਤੇ ਉਸਦੀ ਪਤਨੀ ਨਾਲ ਗੱਲਾਂ ਕਰਦਾ ਰਿਹਾ ਕਿ ਸ਼ਾਇਦ ਉਹਨਾਂ ਵਿੱਚੋਂ ਕੋਈ ਪਰਵੇਜ਼ ਬਾਰੇ ਗੱਲ ਕਰੇਗਾ ਅਤੇ ਉਹਨੂੰ ਉਸ ਔਰਤ ਬਾਰੇ ਕੁਝ ਗੱਲਾਂ ਪਤਾ ਲੱਗਣਗੀਆਂ ਜਿਸ ਨੂੰ ਉਸਨੇ ਠੰਡੀ ਮੂਲੀ ਸਮਝਿਆ ਸੀ। ਪਰ ਕੋਈ ਅਜਿਹੀ ਗੱਲ ਨਹੀਂ ਹੋਈ ਜੋ ਪਰਵੇਜ਼ ਦੀ ਸ਼ਖਸੀਅਤ ਉੱਤੇ ਰੋਸ਼ਨੀ ਪਾਉਂਦੀ। ਜੇਗਰ ਵੂਲ ਦਾ ਜ਼ਿਕਰ ਆਇਆ ਤਾਂ ਮਿਸਿਸ ਜਮੀਲ ਨੇ ਸਿਰਫ ਇੰਨਾ ਕਿਹਾ, ਪਰੀ ਦਾ ਟੇਸਟ ਰੰਗਾਂ ਦੇ ਬਾਰੇ ਬਹੁਤ ਚੰਗਾ ਹੈ। ਪਰਵੇਜ਼, ਪਰੀ? ਅਨਵਰ ਨੇ ਸੋਚਾ, ਕਿੰਨੀ ਗਲਤ ਬਿਆਨੀ ਹੈ। ਇਹ ਖਸਤਾ ਜਹੀ ਰੀੜ ਦੀ ਹੱਡੀ ਵਾਲੀ ਔਰਤ ਜਿਸ ਦਾ ਰੰਗ ਉਕਤਾ ਦੇਣ ਵਾਲੀ ਹੱਦ ਤੱਕ ਸਫੈਦ ਹੈ, ਉਹਨੂੰ ਪਰੀ ਕਿਹਾ ਜਾਵੇ ਕਿ ਇਹ ਕੋਹਕਾਫ ਦੀ ਤੋਹੀਨ ਨਹੀਂ? ਜਦੋਂ ਪਰਵੇਜ਼ ਦੇ ਬਾਰੇ ਹੋਰ ਕੋਈ ਗੱਲ ਨਾ ਹੋਈ ਤਾਂ ਅਨਵਰ ਨੇ ਜਮੀਲ ਤੋਂ ਛੁੱਟੀ ਚਾਹੀ। ਅੱਛਾ ਬਾਈ, ਮੈਂ ਚੱਲਦਾ ਹਾਂ। ਫਿਰ ਉਹ ਮਿਸਿਸ ਜਮੀਲ ਨੂੰ ਕਹਿਣ ਲੱਗਿਆ, ਪਰਜਾਈ ਤੁਹਾਡੀ ਪਰੀ ਬੜੀ ਦਿਲਚਸਪ ਚੀਜ਼ ਹੈ। ਮਿਸਿਸ ਜਮੀਲ ਮੁਸਕਰਾਈ। ਕਿਉਂ? ਅਨਵਰ ਨੇ ਐਵੇਂ ਹੀ ਕਹਿ ਦਿੱਤਾ ਸੀ। ਮਿਸਿਸ ਜਮੀਲ ਨੇ ਕਿਉਂ ਕਿਹਾ ਤਾਂ ਉਹਨੂੰ ਕੋਈ ਜਵਾਬ ਨਾ ਸੁੱਝਿਆ। ਥੋੜੀ ਜਿਹੇ ਵਕਫੇ ਦੇ ਬਾਅਦ ਉਹ ਮੁਸਕਰਾਇਆ ਕਿ ਤੁਹਾਡੇ ਅਨੁਸਾਰ ਉਹ ਦਿਲਚਸਪ ਨਹੀਂ? ਕੌਣ ਹੈ ਇਹ ਮੁਹਤਰਮਾ? ਮਿਸਿਸ ਜਮੀਲ ਨੇ ਕੋਈ ਜਵਾਬ ਨਾ ਦਿੱਤਾ। ਜਮੀਲ ਨੇ ਉਸ ਵੱਲ ਵੇਖਿਆ ਤਾਂ ਉਸਨੇ ਨਜ਼ਰਾਂ ਝੁਕਾ ਲਈਆਂ। ਜਮੀਲ ਮੁਸਕਰਾ ਕੇ ਉੱਠਿਆ ਅਤੇ ਅਨਵਰ ਦੇ ਮੋਢੇ ਨੂੰ ਦਬਾ ਕੇ ਉਸਨੇ ਗਟਕੇ ਕੇ ਕਿਹਾ, ਚਲੋ ਤੈਨੂੰ ਦੱਸਦਾ ਹਾਂ ਕੌਣ ਹਨ ਇਹ ਮੁਹਤਰਮਾ। ਬੜੀ ਸਤਿਕਾਰਯੋਗ ਹਸਤੀ ਹਨ। ਤੁਹਾਨੂੰ ਤਾਂ ਬਸ ਕੋਈ ਮੌਕਾ ਮਿਲਣਾ ਚਾਹੀਦਾ ਹੈ। ਮਿਸਿਸ ਜਮੀਲ ਦੇ ਲਹਿਜੇ ਵਿੱਚ ਝੁੰਝਲਾਹਟ ਸੀ। ਜਮੀਲ ਹੱਸਿਆ। ਕੀ ਮੈਂ ਗਲਤ ਕਹਿੰਦਾ ਹਾਂ ਕਿ ਪਰੀ ਸਤਿਕਾਰਯੋਗ ਹਸਤੀ ਨਹੀਂ? ਮੈਂ ਨਹੀਂ ਜਾਣਦੀ। ਇਹ ਕਹਿ ਕੇ ਮਿਸਿਸ ਜਮੀਲ ਉੱਠੀ ਅਤੇ ਅੰਦਰ ਕਮਰੇ ਵਿੱਚ ਚਲੀ ਗਈ। ਜਮੀਲ ਨੇ ਫਿਰ ਅਨਵਰ ਦਾ ਮੋਢਾ ਦਬਾਇਆ ਅਤੇ ਉਸ ਨੂੰ ਮੁਸਕਰਾਉਂਦੇ ਹੋਏ ਕਿਹਾ, ਬੈਠ ਜਾਓ, ਤੁਹਾਡੀ ਭਰਜਾਈ ਨੇ ਸਾਨੂੰ ਪਰੀ ਦੇ ਬਾਰੇ ਗੱਲਾਂ ਕਰਨ ਦਾ ਮੌਕਾ ਦੇ ਦਿੱਤਾ ਹੈ। ਅਨਵਰ ਬੈਠ ਗਿਆ। ਜਮੀਲ ਨੇ ਸਿਗਰਟ ਸੁਲਗਾਈ ਅਤੇ ਉਸ ਨੂੰ ਪੁੱਛਿਆ, ਤੈਨੂੰ ਪਰੀ ਵਿੱਚ ਕੀ ਦਿਲਚਸਪੀ ਨਜ਼ਰ ਆਈ? ਅਨਵਰ ਨੇ ਕੁਝ ਦੇਰ ਆਪਣੇ ਦਿਮਾਗ ਨੂੰ ਕੁਰੀਦਿਆ। ਦਿਲਚਸਪੀ? ਮੈਂ ਕੁਝ ਨਹੀਂ ਕਹਿ ਸਕਦਾ। ਮੇਰਾ ਖਿਆਲ ਹੈ ਉਸਦਾ ਗੈਰ ਦਿਲਚਸਪ ਹੋਣਾ ਹੀ ਸ਼ਾਇਦ ਦਿਲਚਸਪੀ ਦਾ ਕਾਰਨ ਹੈ। ਜਮੀਲ ਨੇ ਚੁਟਕੀ ਵਜਾ ਕੇ ਸਿਗਰਟ ਦੀ ਰਾਖ ਚਾੜੀ। ਸ਼ਬਦਾਂ ਦਾ ਉਲਟ ਫੇਰ ਨਹੀਂ ਚੱਲੇਗਾ। ਸਾਫ਼-ਸਾਫ਼ ਦੱਸੋ, ਤੁਹਾਨੂੰ ਉਸ ਵਿੱਚ ਕੀ ਦਿਲਚਸਪੀ ਨਜ਼ਰ ਆਈ? ਅਨਵਰ ਨੂੰ ਇਹ ਤਕਰਾਰ ਪਸੰਦ ਨਹੀਂ ਆਈ। ਮੈਂ ਜੋ ਕੁਝ ਕਹਿਣਾ ਸੀ ਮੈਂ ਕਹਿ ਦਿੱਤਾ ਹੈ। ਜਮੀਲ ਹੱਸਿਆ। ਫਿਰ ਇੱਕਦਮ ਗੰਭੀਰ ਹੋ ਕੇ ਉਸਨੇ ਸਾਹਮਣੇ ਕਮਰੇ ਵੱਲ ਵੇਖਿਆ ਅਤੇ ਦੱਬੀ ਜ਼ਬਾਨ ਵਿੱਚ ਕਿਹਾ, ਬੜੀ ਖਤਰਨਾਕ ਔਰਤ ਹੈ ਅਨਵਰ। ਅਨਵਰ ਨੇ ਹੈਰਤ ਨਾਲ ਪੁੱਛਿਆ, ਕੀ ਮਤਲਬ? ਮਤਲਬ ਇਹ ਕਿ ਮੁਹਤਰਮਾ 2 ਬੰਦਿਆਂ ਦਾ ਖੂਨ ਕਰਾ ਚੁੱਕੀ ਹੈ। ਅਨਵਰ ਦੀ ਅੱਖਾਂ ਦੇ ਸਾਹਮਣੇ ਨਾਲ ਹੀ ਪਰਵੇਜ਼ ਦਾ ਸਫੈਦ ਰੰਗ ਆ ਗਿਆ। ਮੁਸਕਰਾ ਕੇ ਕਹਿਣ ਲੱਗਾ, ਇਸ ਦੇ ਬਾਵਜੂਦ ਲਹੂ ਦੀ ਇੱਕ ਛਿੱਟ ਵੀ ਨਹੀਂ ਇਸ ਵਿੱਚ। ਇਹ ਪਰ ਫੌਰਨ ਹੀ ਉਹਨੂੰ ਮਾਮਲੇ ਦੀ ਗੰਭੀਰਤਾ ਦਾ ਖਿਆਲ ਆਇਆ ਤਾਂ ਉਸਨੇ ਗੰਭੀਰ ਹੋ ਕੇ ਜਮੀਲ ਨੂੰ ਪੁੱਛਿਆ, ਕੀ ਕਿਹਾ ਤੁਸੀਂ? 2 ਬੰਦਿਆਂ ਦਾ ਖੂਨ? ਅਨਵਰ ਨੇ ਚੁਟਕੀ ਵਜਾ ਕੇ ਸਿਗਰਟ ਦੀ ਰਾਖ ਚਾੜੀ। ਜੀ ਹਾਂ, ਇੱਕ ਕੈਪਟਨ ਸੀ, ਦੂਜਾ ਸਰ ਬਹਾਉਦੀਨ ਦਾ ਮੁੰਡਾ। ਕੌਣ ਸਰ ਬਹਾਉਦੀਨ? ਅਮਾ ਉਹੀ ਜੋ ਐਗਰੀਕਲਚਰਲ ਡਿਪਾਰਟਮੈਂਟ ਵਿੱਚ ਖੁਦਾ ਜਾਣੇ ਕੀ ਸਨ। ਅਨਵਰ ਨੂੰ ਕੁਝ ਪਤਾ ਨਾ ਚੱਲਿਆ। ਬਹਾਉਦੀਨ ਨੂੰ ਛੱਡ ਕੇ ਉਸਨੇ ਜਮੀਲ ਨੂੰ ਪੁੱਛਿਆ, ਕਿਵੇਂ ਖੂਨ ਹੋਇਆ ਉਹਨਾਂ ਦੋਨਾਂ ਦਾ? ਜਿਵੇਂ ਹੋਇਆ ਕਰਦਾ ਹੈ। ਕਾਲਜ ਵਿੱਚ ਕੈਪਟਨ ਸਾਹਿਬ ਨਾਲ ਪਰੀ ਦਾ ਯਾਰਾਨਾ ਸੀ। ਵਿਆਹ ਕਰਕੇ ਜਦੋਂ ਉਹ ਬੰਬਈ ਗਈ ਤਾਂ ਉੱਥੇ ਸਰ ਬਹਾਉਦੀਨ ਦੇ ਮੁੰਡੇ ਨਾਲ ਮੇਲ-ਜੋਲ ਪੈਦਾ ਹੋ ਗਿਆ। ਇਤਫਾਕ ਨਾਲ ਟ੍ਰੇਨਿੰਗ ਦੇ ਸਿਲਸਿਲੇ ਵਿੱਚ ਕੈਪਟਨ ਸਾਹਿਬ ਉੱਥੇ ਪੁੱਜੇ। ਪੁਰਾਣੇ ਸੰਬੰਧ ਕਾਇਮ ਕਰਨੇ ਚਾਹੇ ਤਾਂ ਸਰ ਬਹਾਉਦੀਨ ਦਾ ਮੁੰਡਾ ਰਾਹ ਵਿੱਚ ਆ ਗਏ। ਇੱਕ ਪਾਰਟੀ ਵਿੱਚ ਦੋਨਾਂ ਦੀ ਲੜਾਈ ਹੋਈ। ਦੂਜੇ ਰੋਜ਼ ਕੈਪਟਨ ਸਾਹਿਬ ਨੇ ਪਿਸਟਲ ਦਾਗ ਦਿੱਤਾ। ਰਕੀਬ ਉੱਥੇ ਹੀ ਢੇਰ ਹੋ ਗਏ। ਪਰੀ ਨੂੰ ਬਹੁਤ ਅਫਸੋਸ ਹੋਇਆ। ਸਰ ਬਹਾਉਦੀਨ ਦੇ ਮੁੰਡੇ ਦੀ ਮੌਤ ਦੇ ਗਮ ਵਿੱਚ ਉਸਨੇ ਕਈ ਦਿਨ ਸੋਗ ਵਿੱਚ ਕੱਢੇ। ਜਦੋਂ ਕੈਪਟਨ ਸਾਹਿਬ ਨੂੰ ਫਾਂਸੀ ਹੋਈ ਤਾਂ ਲੋਕ ਕਹਿੰਦੇ ਹਨ ਉਸ ਦੀਆਂ ਅੱਖਾਂ ਨੇ ਹਜ਼ਾਰਾਂ ਅਥਰੂ ਵਹਾਏ। ਇਸ ਦੇ ਬਾਅਦ ਇੱਕ ਨੌਜਵਾਨ ਪਾਰਸੀ ਉਸ ਦੇ ਮੁਹੱਬਤ ਦੇ ਜਾਲ ਵਿੱਚ ਫਸ ਗਿਆ। ਵਸਲ ਦੀ ਰਾਤ ਜਦੋਂ ਉਸ ਨੂੰ ਪਤਾ ਚੱਲਿਆ ਕਿ ਉਸ ਦੀ ਮਹਿਬੂਬਾ ਸ਼ਾਦੀशुदा ਹੈ ਤਾਂ ਉਸਨੇ ਆਪਣੇ ਬਾਪ ਦੀ ਡਿਸਪੈਂਸਰੀ ਤੋਂ ਜ਼ਹਿਰ ਲੈ ਕੇ ਖਾ ਲਿਆ। ਅਨਵਰ ਨੇ ਕਿਹਾ, ਇਹ ਤਾਂ 3 ਖੂਨ ਹੋਏ। ਜਮੀਲ ਮੁਸਕਰਾਇਆ। ਨੌਜਵਾਨ ਪਾਰਸੀ ਖੁਸ਼ਕਿਸਮਤ ਸੀ। ਉਸ ਦੇ ਬਾਪ ਨੇ ਉਸ ਨੂੰ ਮੌਤ ਦੇ ਮੂੰਹੋਂ ਬਚਾ ਲਿਆ। ਬੜੀ ਅਜੀਬੋ-ਗਰੀਬ ਔਰਤ ਹੈ। ਇਹ ਕਹਿ ਕੇ ਅਨਵਰ ਸੋਚਣ ਲੱਗਾ ਕਿ ਪਰਵੇਜ਼ ਜਿਸ ਵਿੱਚ ਕਸ਼ਿਸ਼ ਨਾਮ ਨੂੰ ਵੀ ਨਹੀਂ, ਕਿਵੇਂ ਇਨ੍ਹਾਂ ਹੰਗਾਮਿਆਂ ਦਾ ਕਾਰਨ ਹੋਈ। ਕੈਪਟਨ ਨੇ ਉਸ ਵਿੱਚ ਕੀ ਵੇਖਿਆ? ਸਰ ਬਹਾਉਦੀਨ ਦੇ ਮੁੰਡੇ ਨੂੰ ਉਸ ਵਿੱਚ ਕੀ ਚੀਜ਼ ਨਜ਼ਰ ਆਈ? ਅਤੇ ਉਸ ਨੌਜਵਾਨ ਪਾਰਸੀ ਨੇ ਇਸ ਢਿੱਲੀ ਡਾਲੀ ਔਰਤ ਵਿੱਚ ਕੀ ਦਿਲਕਸ਼ੀ ਵੇਖੀ? ਅਨਵਰ ਨੇ ਪਰਵੇਜ਼ ਨੂੰ ਖਿਆਲਾਂ ਵਿੱਚ ਨੰਗਾ ਕਰਕੇ ਵੇਖਿਆ। ਢਿੱਲੀ ਡਾਲੀ ਹੱਡੀਆਂ ਦਾ ਇੱਕ ਢਾਂਚਾ ਜਿਸ ਉੱਤੇ ਸਫੇਦ ਗੋਸ਼ਤ ਮੜਿਆ ਹੋਇਆ ਸੀ। ਖੂਨ ਦੇ ਬਿਨਾਂ ਚੁੱਤੜ ਦੁਬਲੇ ਪਤਲੇ ਮੁੰਡੇ ਦੇ ਚੁੱਤੜਾਂ ਵਰਗੇ ਸਨ। ਰੀੜ ਦੀ ਹੱਡੀ ਵਿੱਚ ਕੋਈ ਦਮ ਨਹੀਂ ਸੀ। ਐਜਾ ਲੱਗਦਾ ਸੀ ਕਿ ਜੇ ਉਸ ਦੇ ਸਿਰ ਉੱਤੇ ਹੱਥ ਰੱਖ ਕੇ ਕਿਸੇ ਨੇ ਦਬਾਇਆ ਤਾਂ ਉਹ 2 ਫਾੜ ਹੋ ਜਾਵੇਗੀ। ਵਾਲ ਕੱਟੇ ਹੋਏ ਸਨ ਜੋ ਹਾਈਡਰੋਜਨ ਪੈਰੋਕਸਾਈਡ ਦੇ ਇਸਤੇਮਾਲ ਨਾਲ ਆਪਣਾ ਕੁਦਰਤੀ ਰੰਗ ਗਵਾ ਚੁੱਕੇ ਸਨ। ਕੀ ਸੀ ਉਸ ਦੇ ਸਾਰੇ ਅੰਗਾਂ ਵਿੱਚ? ਇੱਕ ਫਕਤ ਉਸ ਦੀਆਂ ਅੱਖਾਂ ਕੁਝ ਗਨੀਮਤ ਸਨ। ਅਨਵਰ ਨੇ ਸੋਚਿਆ, ਸਿਰਫ ਅੱਖਾਂ ਕੌਣ ਚੱਟਦਾ ਫਿਰਦਾ ਹੈ? ਕੋਈ ਗੱਲ ਹੋਣੀ ਚਾਹੀਦੀ ਹੈ। ਇਹ ਪਰ ਹੈਰਾਨੀ ਹੈ ਕਿ ਇਸ ਠੰਡੀ ਮੂਲੀ ਨੇ ਇੰਨੇ ਬੜੇ ਹੰਗਾਮੇ ਪੈਦਾ ਕੀਤੇ।
ਮੇਰੇ ਨਾਲ ਤਾਂ ਜਦੋਂ ਇਸਨੇ ਹੱਥ ਮਿਲਾਇਆ ਸੀ ਤਾਂ ਮੈਂ ਖਿਆਲ ਕੀਤਾ ਸੀ ਕਿ ਮੈਨੂੰ ਬਦਬੂਦਾਰ ਡਕਾਰ ਆਣੇ ਸ਼ੁਰੂ ਹੋ ਜਾਣਗੇ। ਕੁਝ ਸਮਝ ਵਿੱਚ ਨਹੀਂ ਆਂਦਾ, ਇਹ ਪਰ ਕੁਝ ਨਾ ਕੁਝ ਹੈ ਜ਼ਰੂਰ ਇਸ ਪੈਰੀ ਵਿੱਚ। ਜਮੀਲ ਨੇ ਉਸ ਨੂੰ ਦੱਸਿਆ ਕਿ ਰਾਵਲਪਿੰਡੀ ਵਿੱਚ ਪਰਵੇਜ਼ ਦੇ ਕਾਲਜ ਦੇ ਰੋਮਾਂਸ ਮਸ਼ਹੂਰ ਹਨ। ਉਸ ਜ਼ਮਾਨੇ ਵਿੱਚ ਇਸ ਦੇ ਇੱਕੋ ਵੇਲੇ 3-3 4-4 ਮੁੰਡਿਆਂ ਨਾਲ ਰੋਮਾਂਸ ਚੱਲਦੇ ਸਨ। 6 ਮੁੰਡੇ ਇਸ ਦੇ ਕਾਰਨ ਕਾਲਜ ਬਦਲ ਹੋਏ, ਇੱਕ ਨੂੰ ਬਿਮਾਰ ਹੋ ਕੇ ਸੈਨੇਟੋਰੀਅਮ ਵਿੱਚ ਦਾਖਲ ਹੋਣਾ ਪਿਆ। ਅਨਵਰ ਦੀ ਹੈਰਾਨੀ ਵੱਧ ਗਈ। ਉਸਨੇ ਜਮੀਲ ਨੂੰ ਪੁੱਛਿਆ, ਕੌਣ ਹੈ ਇਸ ਦਾ ਪਤੀ ਅਤੇ ਖੁਦ ਕਿਸ ਦੀ ਕੁੜੀ ਹੈ? ਜਮੀਲ ਨੇ ਜਵਾਬ ਦਿੱਤਾ, ਬਹੁਤ ਬੜੇ ਪਿਓ ਦੀ, ਕਿਸੇ ਜ਼ਮਾਨੇ ਵਿੱਚ ਅਹਿਮਦਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਸਨ, ਅੱਜਕੱਲ ਰਿਟਾਇਰਡ ਹਨ। ਪਤੀ ਇਸ ਦਾ ਹਿੰਦੂ ਹੈ। ਹਿੰਦੂ? ਨਹੀਂ, ਹੁਣ ਈਸਾਈ ਹੋ ਚੁੱਕਿਆ ਹੈ। ਕੀ ਕਰਦਾ ਹੈ? ਮੇਰਾ ਖਿਆਲ ਹੈ ਸ਼ੁਰੂ ਵਿੱਚ ਇਸ ਦਾ ਜ਼ਿਕਰ ਆਇਆ ਸੀ ਕਿ ਐਕਸਪੋਰਟ ਇੰਪੋਰਟ ਦਾ ਕੰਮ ਕਰਦਾ ਹੈ। ਅਨਵਰ ਨੂੰ ਯਾਦ ਆ ਗਿਆ, ਹਾਂ ਕੁਝ ਅਜਿਹੀ ਗੱਲ ਹੋਈ ਸੀ, ਸ਼ਾਇਦ ਭਾਬੀ ਜਾਨ ਨੇ ਦੱਸਿਆ ਸੀ। ਜਮੀਲ ਅਤੇ ਅਨਵਰ ਥੋੜੀ ਦੇਰ ਖਾਮੋਸ਼ ਰਹੇ। ਜਮੀਲ ਨੇ ਸਿਗਰਟ ਸੁਲਗਾਈ ਅਤੇ ਇੱਧਰ-ਉੱਧਰ ਵੇਖ ਕਰਕੇ ਉਸ ਦੀ ਪਤਨੀ ਨਾ ਸੁਣ ਰਹੀ ਹੋਵੇ ਅਨਵਰ ਦਾ ਮੋਢਾ ਦਬਾ ਕੇ ਕਾਨਾ-ਫੂਸੀ ਵਿੱਚ ਕਿਹਾ, ਤੁਸੀਂ ਪਰੀ ਨੂੰ ਜ਼ਰੂਰ ਮਿਲੋ, ਵੇਖਣਾ ਕੀ ਹੁੰਦਾ ਹੈ। ਅਨਵਰ ਨੇ ਖੁਦ ਨੂੰ ਪੁੱਛਿਆ, ਪਰ ਜਮੀਲ ਨੂੰ ਕਿਹਾ, ਕੀ ਹੋਵੇਗਾ? ਜਮੀਲ ਦੇ ਹੋਠਾਂ ਉੱਪਰ ਇੱਕ ਖਚਰੀ ਜਿਹੀ ਮੁਸਕਰਾਹਟ ਪੈਦਾ ਹੋਈ। ਉਹੀ ਹੋਵੇਗਾ ਜੋ ਮਨਜ਼ੂਰ ਖੁਦਾ ਹੋਵੇਗਾ। ਫਿਰ ਉਸਨੇ ਆਵਾਜ਼ ਦਬਾ ਕੇ ਕਿਹਾ, ਕੱਲ ਸ਼ਾਮ ਚਾਹ ਉੱਥੇ ਹੀ ਪੀਵਾਂਗੇ, ਉਸ ਦਾ ਪਤੀ ਰਾਤ ਨੂੰ ਆਉਂਦਾ ਹੈ। ਪ੍ਰੋਗਰਾਮ ਤੈਅ ਹੋ ਗਿਆ। ਪਰਵੇਜ਼ ਦੇ ਬਾਰੇ ਇੰਨੀਆਂ ਗੱਲਾਂ ਸੁਣ ਕੇ ਉਸਦੇ ਦਿਮਾਗ ਵਿੱਚ ਖੁਦਖੁਦੀ ਜਿਹੀ ਹੋ ਰਹੀ ਹੈ। ਉਹ ਵਾਰ-ਵਾਰ ਸੋਚਦਾ ਸੀ, ਮੁਲਾਕਾਤ ਤੇ ਕੀ ਹੋਵੇਗਾ? ਕੋਈ ਗੈਰ ਮਾਮੂਲੀ ਚੀਜ਼ ਵਾਪਰੇਗੀ। ਹੋ ਸਕਦਾ ਹੈ ਜਮੀਲ ਨੇ ਮਜ਼ਾਕ ਕੀਤਾ ਹੋਵੇ, ਹੋ ਸਕਦਾ ਹੈ ਜਮੀਲ ਨੇ ਜੋ ਕੁਝ ਵੀ ਉਸਦੇ ਬਾਰੇ ਵਿੱਚ ਕਿਹਾ ਧੁਰੋਂ ਗਲਤ ਹੋਵੇ। ਪਰ ਫਿਰ ਉਸਨੂੰ ਖਿਆਲ ਆਉਂਦਾ, ਜਮੀਲ ਨੂੰ ਖਾਮਖਾ ਝੂਠ ਬੋਲਣ ਦੀ ਕੀ ਜ਼ਰੂਰਤ ਸੀ। ਦੂਜੇ ਦਿਨ ਸ਼ਾਮ ਨੂੰ ਜਮੀਲ ਅਤੇ ਉਹ ਦੋਵੇਂ ਪਰੀ ਦੇ ਘਰ ਪਹੁੰਚ ਗਏ। ਉਹ ਗੁਸਲਖਾਨੇ ਵਿੱਚ ਨਹਾ ਰਹੀ ਸੀ। ਨੌਕਰ ਨੇ ਉਹਨਾਂ ਨੂੰ ਬੜੇ ਕਮਰੇ ਵਿੱਚ ਬਿਠਾ ਦਿੱਤਾ। ਅਨਵਰ ਵੋਗ ਦੇ ਵਰਕੇ ਫਰੋਲਣ ਲੱਗਿਆ। ਅਚਾਨਕ ਜਮੀਲ ਉੱਠਿਆ, ਮੈਂ ਸਿਗਰਟ ਭੁਲਾਇਆ ਹਾਂ, ਹੁਣੇ ਆਉਂਦਾ ਹਾਂ, ਇਹ ਕਹਿ ਕੇ ਉਹ ਚਲਾ ਗਿਆ। ਅਨਵਰ ਵੋਗ ਵਿੱਚ ਛਪੀ ਹੋਈ ਇੱਕ ਤਸਵੀਰ ਵੇਖ ਰਿਹਾ ਸੀ ਕਿ ਉਸਨੂੰ ਕਮਰੇ ਵਿੱਚ ਕਿਸੇ ਹੋਰ ਦੀ ਹਾਜ਼ਰੀ ਦਾ ਅਹਿਸਾਸ ਹੋਇਆ। ਨਜ਼ਰਾਂ ਚੁੱਕ ਕੇ ਉਸਨੇ ਵੇਖਿਆ ਤਾਂ ਪਰਵੇਜ਼ ਸੀ। ਅਨਵਰ ਛਟਪਟਾ ਗਿਆ। ਉਸਨੇ ਸਫੈਦ ਪਜਾਮਾ ਪਾਇਆ ਹੋਇਆ ਸੀ ਜੋ ਥਾਂ-ਥਾਂ ਤੋਂ ਗਿੱਲਾ ਸੀ। ਮਲਮਲ ਦਾ ਕੁੜਤਾ ਉਸਦੇ ਪਾਣੀ ਨਾਲ ਤਰ ਬਦਨ ਦੇ ਨਾਲ ਚਿਪਕਿਆ ਹੋਇਆ ਸੀ। ਮੁਸਕਰਾ ਕੇ ਉਸਨੇ ਅਨਵਰ ਨੂੰ ਕਿਹਾ, ਤੁਸੀਂ ਬੜੇ ਡੁੱਬ ਕੇ ਤਸਵੀਰਾਂ ਵੇਖ ਰਹੇ ਸੀ। ਪਰਚਾ ਛੱਡ ਕੇ ਅਨਵਰ ਉੱਠਿਆ। ਉਸਨੇ ਕੁਝ ਕਹਿਣਾ ਚਾਹਿਆ ਪਰ ਪਰਵੇਜ਼ ਉਸਦੇ ਕੋਲ ਆ ਗਈ। ਪਰਚਾ ਚੁੱਕ ਕੇ ਉਸਨੇ ਇੱਕ ਹੱਥ ਨਾਲ ਆਪਣੇ ਕੱਟੇ ਹੋਏ ਵਾਲਾਂ ਨੂੰ ਇੱਕ ਪਾਸੇ ਕੀਤਾ ਅਤੇ ਮੁਸਕਰਾ ਕੇ ਕਿਹਾ, ਮੈਨੂੰ ਪਤਾ ਹੈ ਤੁਸੀਂ ਆਏ ਹੋ ਤਾਂ ਮੈਂ ਇੰਝ ਹੀ ਆ ਗਈ। ਇਹ ਕਹਿ ਕੇ ਉਸਨੇ ਆਪਣੇ ਮਲਮਲ ਦੇ ਗਿੱਲੇ ਕੁੜਤੇ ਨੂੰ ਵੇਖਿਆ ਜਿਸ ਤੇ 2 ਕਾਲੇ ਧੱਬੇ ਸਾਫ਼ ਵਿਖਾਈ ਦੇ ਰਹੇ ਸਨ। ਫਿਰ ਉਸਨੇ ਅਨਵਰ ਦਾ ਹੱਥ ਫੜਿਆ, ਚਲੋ ਅੰਦਰ ਚਲੋ। ਅਨਵਰ ਮਿਣਮਿਣਾਇਆ, ਜਮੀਲ ਵੀ ਨਾਲ ਸੀ, ਮੈਂ ਸਿਗਰਟ ਭੁਲਾਇਆ ਸੀ, ਲੈਣ ਗਿਆ ਹੈ। ਪਰਵੇਜ਼ ਨੇ ਅਨਵਰ ਨੂੰ ਖਿੱਚਿਆ, ਉਹ ਆ ਜਾਏਗਾ, ਚਲੋ। ਅਨਵਰ ਨੂੰ ਜਾਣਾ ਹੀ ਪਿਆ। ਜਿਸ ਕਮਰੇ ਵਿੱਚ ਉਹ ਦਾਖਲ ਹੋਏ ਉਸ ਵਿੱਚ ਕੋਈ ਕੁਰਸੀ ਨਹੀਂ ਸੀ। 2 ਸਪਰਿੰਗਾਂ ਵਾਲੇ ਸਾਗਵਾਨੀ ਪਲੰਗ ਸਨ। ਇੱਕ ਡਰੈਸਿੰਗ ਟੇਬਲ ਸੀ, ਉਸ ਦੇ ਨਾਲ ਇੱਕ ਸਟੂਲ ਪਿਆ ਸੀ। ਪਰੀ ਉਹ ਸਟੂਲ ਤੇ ਬੈਠ ਗਈ ਅਤੇ ਇੱਕ ਪਲੰਗ ਵੱਲ ਇਸ਼ਾਰਾ ਕਰਕੇ ਅਨਵਰ ਨੂੰ ਕਿਹਾ, ਬੈਠੇ। ਅਨਵਰ ਹਿਚਕਿਚਾਉਂਦਾ ਹੋਇਆ ਬੈਠ ਗਿਆ। ਉਸਨੇ ਚਾਹਿਆ ਕਿ ਜਮੀਲ ਆ ਜਾਏ ਕਿਉਂਕਿ ਉਸਨੂੰ ਬੇਹੱਦ ਉਲਝਣ ਹੋ ਰਹੀ ਸੀ। ਪਰਵੇਜ਼ ਦੇ ਗਿੱਲੇ ਕੁੜਤੇ ਦੇ ਨਾਲ ਚਿਮਟੇ ਹੋਏ 2 ਕਾਲੇ ਧੱਬੇ ਉਸਨੂੰ 2 ਅੰਨੀਆਂ ਅੱਖਾਂ ਲੱਗਦੀਆਂ ਸਨ ਜੋ ਉਸਦੇ ਸੀਨੇ ਨੂੰ ਘੂਰ-ਘੂਰ ਕੇ ਵੇਖ ਰਹੀਆਂ ਹਨ। ਅਨਵਰ ਨੇ ਉੱਠ ਕੇ ਜਾਣਾ ਚਾਹਿਆ। ਮੇਰਾ ਖਿਆਲ ਹੈ ਮੈਂ ਜਮੀਲ ਨੂੰ ਸੱਦ ਲਿਆਵਾਂ, ਪਰ ਉਹ ਉਸਦੇ ਨਾਲ ਪਲੰਗ ਤੇ ਬੈਠ ਗਈ। ਡਰੈਸਿੰਗ ਟੇਬਲ ਤੇ ਰੱਖੇ ਹੋਏ ਫਰੇਮ ਵੱਲ ਇਸ਼ਾਰਾ ਕਰਕੇ ਉਸਨੇ ਅਨਵਰ ਨੂੰ ਕਿਹਾ, ਇਹ ਮੇਰੇ ਹਸਬੈਂਡ ਹਨ, ਬਹੁਤ ਜ਼ਾਲਿਮ ਆਦਮੀ ਹਨ, ਜਮੀਲ ਸਾਹਿਬ। ਅਨਵਰ ਮਿਣਮਿਣਾਇਆ, ਤੁਸੀਂ ਮਜ਼ਾਕ ਕਰਦੇ ਹੋ। ਜੀ ਨਹੀਂ, ਮੇਰੇ ਅਤੇ ਉਸਦੇ ਸੁਭਾਅ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਅਸਲ ਵਿੱਚ ਵਿਆਹ ਤੋਂ ਪਹਿਲਾਂ ਮੈਨੂੰ ਵੇਖ ਲੈਣਾ ਚਾਹੀਦਾ ਸੀ ਕਿ ਉਹ ਸਮਝਦਾ ਹੈ ਕਿ ਨਹੀਂ। ਜਿਸ ਚੀਜ਼ ਦਾ ਮੈਨੂੰ ਸ਼ੌਕ ਹੋਏ ਉਸ ਨੂੰ ਬਿਲਕੁਲ ਪਸੰਦ ਨਹੀਂ ਹੁੰਦੀ। ਤੁਸੀਂ ਦੱਸੋ, ਇਹ ਕਹਿੰਦੀ ਹੋਈ ਓਟ ਲਾ ਕੇ ਪਲੰਗ ਤੇ ਮੂੰਦੀ ਲੇਟ ਗਈ। ਇਸ ਤਰ੍ਹਾਂ ਲੇਟਣ ਵਿੱਚ ਕੀ ਹਰਜ ਹੈ? ਅਨਵਰ ਦਾ ਹਲਕ ਸੁੱਕਣ ਲੱਗਿਆ। ਕੋਈ ਹਰਜ ਨਹੀਂ, ਇਹ ਪਰ ਉਹਨੂੰ ਨਾਪਸੰਦ ਹੈ, ਖੁਦਾ ਜਾਣੇ ਕਿਉਂ। ਇਹ ਕਹਿ ਕੇ ਪਰਵੇਜ਼ ਨੇ ਗਰਦਨ ਟੇਢੀ ਕਰਕੇ ਅਨਵਰ ਵੱਲ ਵੇਖਿਆ। ਆਦਮੀ ਇਸ ਤਰ੍ਹਾਂ ਲੇਟੇ ਤਾਂ ਲੱਗਦਾ ਹੈ ਤੈਰ ਰਿਹਾ ਹੈ। ਮੈਂ ਲੇਟਾਂ ਤਾਂ ਉੱਪਰ ਤਕੀਆ ਰੱਖ ਲਿਆ ਕਰਦੀਆਂ, ਜ਼ਰਾ ਉਠਾਓ ਨਾ ਉਹ ਤਕੀਆ ਅਤੇ ਮੇਰੇ ਉੱਤੇ ਰੱਖ ਦਿਓ। ਅਨਵਰ ਦਾ ਹਲਕ ਬਿਲਕੁਲ ਖੁਸ਼ਕ ਹੋ ਗਿਆ। ਉਸਦੀ ਸਮਝ ਵਿੱਚ ਨਾ ਆਇਆ ਕੀ ਕਰੇ। ਉੱਠਣ ਲੱਗਾ ਤਾਂ ਪਰਵੇਜ਼ ਨੇ ਆਪਣੀ ਪਤਲੀ ਲੱਤ ਨਾਲ ਉਹਨੂੰ ਰੋਕਿਆ। ਬੈਠ ਜਾਓ ਨਾ, ਤੂੰ ਮੈਨੂੰ ਸਭ। ਉਹ ਮੁਸਕਰਾਈ। ਜਮੀਲ ਬੇਵਕੂਫ ਹੈ। ਇੱਕ ਦਿਨ ਮੇਰੇ ਨਾਲ ਗੱਲਾਂ ਕਰ ਰਿਹਾ ਸੀ। ਮੈਂ ਉਸਨੂੰ ਕਿਹਾ, ਆਪਣੇ ਪਤੀ ਦੇ ਸਿਵਾ ਮੇਰਾ ਹੋਰ ਕਿਸੇ ਨਾਲ ਉਹ ਸੰਬੰਧ ਨਹੀਂ ਰਿਹਾ ਜੋ ਇੱਕ ਮਰਦ ਅਤੇ ਔਰਤ ਵਿੱਚ ਹੁੰਦਾ ਹੈ। ਤਾਂ ਉਹ ਹੱਸਣ ਲੱਗਿਆ। ਮੈਨੂੰ ਤਾਂ ਉਂਝ ਵੀ ਉਸਦੇ ਤਾਲੁਕ ਨਾਲ ਨਫ਼ਰਤ ਹੈ। ਜ਼ਰਾ ਤਕੀਆ ਚੁੱਕ ਕੇ ਰੱਖ ਦਿਓ ਨਾ ਮੇਰੇ ਉੱਤੇ।
ਅਨਵਰ ਇਸ ਬਹਾਨੇ ਉੱਠਿਆ। ਤਕੀਆ ਦੂਜੇ ਕੋਨੇ ਵਿੱਚ ਪਿਆ ਸੀ। ਉਸ ਨੂੰ ਚੁੱਕਿਆ ਅਤੇ ਪਰਵੇਜ਼ ਦੇ ਦਰਮਿਆਨੀ ਹਿੱਸੇ ਉੱਤੇ, ਜੋ ਕਿ ਬਹੁਤ ਹੀ ਗੈਰ ਜ਼ਨਾਨਾ ਸੀ, ਰੱਖ ਦਿੱਤਾ। ਪਰਵੇਜ਼ ਮੁਸਕਰਾਈ। ਧੰਨਵਾਦ, ਬੈਠੋ, ਹੁਣ ਗੱਲਾਂ ਕਰੋ। ਜੀ ਨਹੀਂ, ਤੁਸੀਂ ਤਕੀਏ ਨਾਲ ਗੱਲਾਂ ਕਰੋ, ਮੈਂ ਚੱਲਿਆ। ਇਹ ਕਹਿ ਕੇ ਅਨਵਰ ਪਸੀਨਾ ਪੂੰਝਦਾ ਬਾਹਰ ਨਿਕਲ ਗਿਆ। ਮੰਟੋ ਦੀਆਂ ਕਹਾਣੀਆਂ ਦੀ ਇਹ ਖੂਬਸੂਰਤੀ ਹੈ ਕਿ ਉਹ ਕਦੇ ਵੀ ਪਾਠਕ ਨੂੰ ਇੱਕ ਆਰਾਮਦਾਇਕ ਸਥਿਤੀ ਵਿੱਚ ਨਹੀਂ ਛੱਡਦੀਆਂ। ਪਰੀ ਦਾ ਅੰਤ ਸਾਨੂੰ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਸਾਡੇ ਆਲੇ-ਦੁਆਲੇ ਜੋ ਅਸੀਂ ਦੇਖਦੇ ਹਾਂ ਕਿ ਉਹ ਸੱਚ ਹੈ ਜਾਂ ਸਿਰਫ ਇੱਕ ਭਰਮ। ਉਮੀਦ ਹੈ ਕਿ ਤੁਹਾਨੂੰ ਇਸ ਕਹਾਣੀ ਰਾਹੀਂ ਮੰਟੋ ਦੇ ਇਸ ਡੂੰਘੇ ਅਤੇ ਗੰਭੀਰ ਪੱਖ ਨੂੰ ਸਮਝਣ ਵਿੱਚ ਮਦਦ ਮਿਲੀ ਹੋਵੇਗੀ। ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਂਝੀ ਕਰੋ। ਕੀ ਤੁਹਾਡੇ ਖਿਆਲ ਵਿੱਚ ਸਾਡੇ ਸਮਾਜ ਵਿੱਚ ਅੱਜ ਵੀ ਪਰੀ ਵਰਗੇ ਪਾਤਰ ਮੌਜੂਦ ਹਨ ਜੋ ਮੰਟੋ ਦੇ ਸਮੇਂ ਹੁੰਦੇ ਸੀ? ਆਪਣੇ ਵਿਚਾਰ ਜ਼ਰੂਰ ਦੱਸਿਓ। ਅਜਿਹੀਆਂ ਹੋਰ ਵੀ ਮਹੱਤਵਪੂਰਨ ਸਾਹਿਤਿਕ ਰਚਨਾਵਾਂ ਅਤੇ ਲੇਖਕਾਂ ਬਾਰੇ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਜਲਦੀ ਹੀ ਮਿਲਾਂਗੇ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਪੜ੍ਹਦੇ ਰਹੋ ਤੇ ਸੋਚਦੇ ਰਹੋ। ਧੰਨਵਾਦ।